ਸਤਿ ਸ੍ਰੀ ਅਕਾਲ ਪੰਜਾਬ ਵਾਸੀਓ। ਮੈਂ ਫੌਜਾ ਸਿੰਘ ਸਰਾਰੀ, ਸਾਬਕਾ ਲੋਕ ਸੇਵਕ, ਹੁਣ ਆਮ ਆਦਮੀ ਪਾਰਟੀ ਦਾ ਹਿੱਸਾ, ਹਲਕਾ ਗੁਰੂ ਸਾਹਿਬ, ਜ਼ਿਲ੍ਹਾ ਫਿਰੋਜ਼ਪੁਰ ਤੋਂ ਤੁਹਾਡੇ ਨਾਲ ਕੁਝ ਵਿਚਾਰਾਂ ਕਰਨੀਆਂ ਚਾਹੁੰਦੇ ਹਾਂ, ਕਿਉਂਕਿ ਆਪਾਂ ਦੂਰ ਦੂਰ ਬੈਠੇ ਆਮੋ ਸਾਹਮਣੇ ਹੋ ਕੇ ਗੱਲ ਨਹੀਂ ਕਰ ਸਕਦੇ। ਇੱਕੋ ਇੱਕ ਆਪਣੇ ਕੋਲ ਸੋਸ਼ਲ ਮੀਡੀਆ, ਜਿਸ ਦੇ ਰਾਹੀਂ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ। ਗੱਲਬਾਤ ਇੱਥੋਂ ਸ਼ੁਰੂ ਕਰਾਂਗੇ ਕਿ ਜੇ ਸਿਆਸਤ ਧਰਮ, ਜਾਤ ਪਾਤ, ਵਿਤਕਰੇ, ਲੁੱਟ ਖਸੁੱਟ 'ਤੇ ਹੋਵੇ ਤਾਂ ਇਸ ਦੇ ਨਤੀਜੇ ਮਾੜੇ ਰਹਿਣਗੇ। ਦੁਬਾਰਾ ਫਿਰ ਦੁਹਰਾਉਂਦੇ ਹਾਂ ਕਿ ਜੇ ਸਿਆਸਤ ਧਰਮ, ਜਾਤ ਪਾਤ, ਵਿਤਕਰੇ, ਲੁੱਟ ਖਸੁੱਟ 'ਤੇ ਹੋਵੇ ਤਾਂ ਇਸ ਦੇ ਨਤੀਜੇ ਮਾੜੇ ਰਹਿਣਗੇ। ਇਹ ਸ਼ਬਦ ਸਰਦਾਰ ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਦੇ ਕਹੇ ਹੋਏ ਹਨ। ਸਰਦਾਰ ਮਨਮੋਹਨ ਸਿੰਘ ਦਾ ਪਿਛੋਕੜ ਕੋਈ ਰਾਜਨੀਤਿਕ ਨਹੀਂ ਸੀ। ਉਹ ਇੱਕ ਅਰਥ ਸ਼ਾਸਤਰੀ ਅਤੇ ਇਮਾਨਦਾਰ ਮਨੁੱਖ ਹਨ। ਉਹਨਾਂ ਨੇ ਬਤੌਰ 10 ਸਾਲ ਭਾਰਤ ਦੀ ਪ੍ਰਧਾਨ ਮੰਤਰੀ ਰਹੇ। ਉਹ ਅਰਥ ਸ਼ਾਸਤਰੀ ਹੋਣ ਕਰਕੇ ਭ੍ਰਿਸ਼ਟ ਰਾਜਨੀਤਿਕ ਲੋਕਾਂ ਦੇ ਵਿੱਚ ਜਾਂ ਉਹਨਾਂ ਦੀ ਜੁੰਡਲੀ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਸਰਦਾਰ ਮਨਮੋਹਨ ਸਿੰਘ ਜੀ ਇਮਾਨਦਾਰੀ ਹੀ ਉਹਨਾਂ ਨੂੰ ਇਸ ਰੁਤਬੇ 'ਤੇ ਲੈ ਕੇ ਗਈ ਸੀ ਅਤੇ ਉਹ ਭ੍ਰਿਸ਼ਟ ਲੋਕਾਂ ਦੀ ਜੁੰਡਲੀ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਹੁਣ ਵੀ ਭਾਰਤ ਲੋਕਤੰਤਰ ਦੇ ਪਹਿਰੇਦਾਰ ਜ਼ਿਆਦਾਤਰ ਭ੍ਰਿਸ਼ਟ ਲੋਕ ਹਨ। ਇਹ ਧੰਦਾ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਭਾਰਤ ਦੇ ਲੋਕ ਆਪਣੇ ਹੱਕਾਂ ਪ੍ਰਤੀ ਜਾਗਰਤ ਨਹੀਂ ਹੋ ਜਾਣਗੇ। ਪੰਜਾਬ ਵਿੱਚ ਕਾਫੀ ਜਥੇਬੰਦੀਆਂ ਲੋਕਾਂ ਨੂੰ ਜਾਗਰਤ ਕਰਨ 'ਤੇ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਆਮ ਆਦਮੀ ਪਾਰਟੀ ਵੀ ਇਹੀ ਕੰਮ ਕਰ ਰਹੀ ਹੈ। ਇਸ ਵਾਰ ਲੋਕ ਆਪਣੀ ਵੋਟ ਨੂੰ ਬਿਨਾਂ ਲਾਲਚ ਦਬਦਬਾ ਦੇ ਪਾਉਣਗੇ। ਸੰਭਾਵਨਾ ਹੈ 100% ਉਮੀਦ ਹੈ ਕਿ ਲੋਕ ਜਾਗਰਤ ਹੋ ਗਏ। ਦੇਖਣ ਵਿੱਚ ਆਉਂਦਾ ਕਿ ਜਦੋਂ ਹੁਣ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੀ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਸਿੱਖ ਸਿਆਸਤਦਾਨ ਨੇ ਸਾਰੀ ਉਮਰ ਇਹੀ ਢੰਡੋਰਾ ਪਿੱਟਿਆ ਸੀ ਕਿ ਪੰਥ ਨੂੰ ਖਤਰਾ ਹੈ, ਪੰਥ ਨੂੰ ਖਤਰਾ ਹੈ, ਅਤੇ ਵੋਟਾਂ ਬਟੋਰਦੇ ਰਹੇ ਅਤੇ ਆਪਣੀਆਂ ਸਰਕਾਰਾਂ ਬਣਾਉਂਦੇ ਰਹੇ, ਦੇਸ਼ ਦੀ ਸਟੇਟ ਦੀ ਲੁੱਟ ਕਰਦੇ ਰਹੇ। ਅੱਜ ਲੋਕ ਸਮਝ ਗਏ ਕਿ ਪੰਥ ਨੂੰ ਕੋਈ ਖਤਰਾ ਨਹੀਂ ਹੈ, ਖਤਰਾ ਇਹਨਾਂ ਨੂੰ ਆਪਣੀ ਕੁਰਸੀ ਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਧਰਮ ਸਤਿਕਾਰ ਦਿੰਦੇ ਹੈ, ਸਾਰੇ ਲੋਕ ਸਤਿਕਾਰ ਕਰਦੇ ਹੈ। ਬੇਅਦਬੀਆਂ ਕਰਾਉਣ ਵਾਲੇ ਭ੍ਰਿਸ਼ਟ ਰਾਜਨੀਤਿਕ ਲੋਕ ਜਿਹੜੇ ਆਪਣੀ ਰਾਜਨੀਤੀ ਨੂੰ ਚਮਕਾਉਣ ਖਾਤਰ ਅਜਿਹੇ ਧੰਦੇ ਕਰਵਾਉਂਦੇ ਹੈ। ਮੇਰਾ ਮੰਨਣਾ ਹੈ ਕਿ ਤੁਸੀਂ ਸਾਥ ਦਿਓ ਤਾਂ ਗੱਲਬਾਤ ਅੱਗੇ ਲੰਬੀ ਹੋ ਸਕਦੀ ਹੈ, ਕਿਉਂਕਿ ਇਹਨਾਂ ਲੋਕਾਂ ਦੇ ਜੁੰਡਲ ਵਿੱਚੋਂ ਨਿਕਲਣ ਵਾਸਤੇ ਸਾਨੂੰ ਸਾਰਿਆਂ ਨੂੰ ਇਕਮੁੱਠ ਹੋਣਾ ਪੈਣਾ। ਜਦੋਂ ਤੱਕ ਅਸੀਂ ਜਿਸ ਦੇਸ਼ ਦੇ ਰਾਜਨੇਤਾ ਹੀ ਭ੍ਰਿਸ਼ਟ ਹੋਣ, ਉਹ ਦੇਸ਼ ਕਿਵੇਂ ਬਚ ਸਕਦਾ ਹੈ? ਆਪਾਂ ਭਾਰਤ ਦੀ ਗੱਲ ਨੂੰ ਪਾਸੇ ਰੱਖ ਕੇ ਜੇ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਤੱਕ ਜਿੰਨੇ ਵੀ ਰਾਜਨੀਤਿਕ ਲੋਕ ਅੰਗਰੇਜ਼ਾਂ ਦੇ ਪਿੱਠੂ ਸੀ, ਉਹਨਾਂ ਦਾ ਹੀ ਦਬਦਬਾ ਬਣਿਆ ਹੋਇਆ। ਉਹਨਾਂ ਦੀ ਪਰਿਵਾਰਵਾਦ ਦੀ ਰਾਜਨੀਤੀ ਚੱਲ ਰਹੀ ਹੈ। ਆਪਣੇ ਪਰਿਵਾਰ ਨੂੰ ਅੱਗੇ ਲਿਆਉਂਦੇ ਹੈ। ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਆਪਣੇ ਕਮਲੇ ਰਮਲਿਆਂ ਨੂੰ ਅੱਗੇ ਲਿਆ ਕੇ ਖੜਾ ਕੀਤਾ ਜਾਂਦਾ ਮੂਹਰਲੀਆਂ ਕਤਾਰਾਂ ਦੇ ਵਿੱਚ। ਇਹ ਕਦੋਂ ਤੱਕ ਚੱਲਦਾ ਰਹੇਗਾ? ਪੰਜਾਬ ਵਾਸੀਓ, ਇਹ ਉਦੋਂ ਤੱਕ ਚੱਲਦਾ ਰਹਿਣਾ ਜਦੋਂ ਤੱਕ ਅਸੀਂ ਆਪਣੀ ਜ਼ਮੀਰ ਨੂੰ ਜਗਾਵਾਂਗੇ ਨਹੀਂ, ਇਹਨਾਂ ਨੂੰ ਭਜਾਵਾਂਗੇ ਨਹੀਂ। ਇਹਨਾਂ ਨੂੰ ਭਜਾਉਣ ਲਈ ਸਾਨੂੰ ਇਕੱਠੇ ਹੋਣਾ ਪੈਣਾ। ਕਾਂਗਰਸ ਅਤੇ ਅਕਾਲੀ ਦਲ ਨੇ ਜਿੰਨਾ ਵੀ ਨੁਕਸਾਨ ਕੀਤਾ ਪੰਜਾਬ ਸਟੇਟ ਦਾ, ਜੱਗ ਜ਼ਾਹਰ ਹੈ, ਸਾਰਿਆਂ ਦੇ ਸਾਹਮਣੇ ਹੈ। ਸ਼ਰੇਆਮ ਸਰਕਾਰੀ ਜਾਇਦਾਦਾਂ ਦੀ ਲੁੱਟ ਕੀਤੀ ਹੈ। ਭ੍ਰਿਸ਼ਟ ਅਫਸਰਾਂ ਦੇ ਤੈਨਾਤੀਆਂ ਕਰਕੇ ਉਹਨਾਂ ਤੋਂ ਮਹੀਨੇ ਲੈ ਕੇ, ਪੈਸੇ ਲੈ ਕੇ ਤੈਨਾਤੀਆਂ ਕੀਤੀਆਂ ਜਾਂਦੀਆਂ ਰਹੀਆਂ। ਇੱਕ ਕਮਾਈ ਦਾ ਸਾਧਨ ਬਣ ਗਏ ਲੋਕ ਸੇਵਕ। ਲੋਕ ਸੇਵਕ ਲੋਕਾਂ ਦਾ ਸੇਵਾਦਾਰ ਹੁੰਦਾ, ਪਰ ਅੱਜ ਦੀ ਰਾਜਨੀਤੀ ਜਿਹੜੀ ਹੈ ਉਹ ਰਾਜਨੀਤਿਕ ਲੋਕਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਲੋਕਤੰਤਰ ਦਾ ਅਸਲ ਮਤਲਬ ਇਹ ਹੁੰਦਾ ਕਿ ਪੜ੍ਹੇ ਲਿਖੇ ਤਾਂ ਸਮਝ ਜਾਣਗੇ, ਬਾਕੀ ਜਿਹੜੇ ਘੱਟ ਪੜ੍ਹੇ ਲਿਖੇ ਉਹ ਵੀ ਵਿਚਾਰ ਕਰਨ। ਲੋਕਤੰਤਰ ਦਾ ਮਤਲਬ ਇਹ ਹੁੰਦਾ ਹੈ ਕਿ ਲੋਕਾਂ ਵਿੱਚੋਂ ਚੁਣੇ ਹੋਏ ਨੁਮਾਇੰਦੇ ਜਿਹੜੇ ਹੈ ਉਸ ਅਫਸਰਸ਼ਾਹੀ ਦੇ ਸਿਰ ਉੱਪਰ ਬਿਠਾਏ ਜਾਂਦੇ ਹੈ, ਉਹਨਾਂ ਦੇ ਉੱਪਰ ਲਗਾਏ ਜਾਂਦੇ ਹੈ ਕਿ ਉਹਨਾਂ ਦੀ ਨਿਗਰਾਨੀ ਰੱਖਣਗੇ ਕਿ ਕਿਹੜਾ ਅਫਸਰ ਭ੍ਰਿਸ਼ਟਾਚਾਰ ਕਰਦਾ ਹੈ ਉਸ ਨੂੰ ਹਟਾਇਆ ਜਾਵੇ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਈ ਜਾਵੇ, ਨਿਗਾਹ ਰੱਖਣਾ। ਪਰ ਜਦੋਂ
ਰਾਜਨੇਤਾ ਤੇ ਭ੍ਰਿਸ਼ਟ ਅਫਸਰ ਇਕੱਠੇ ਹੋ ਕੇ ਲੁੱਟ ਕਰਨਗੇ ਤਾਂ ਕੌਣ ਬਚਾਵੇਗਾ। ਪਿੱਛੇ ਜੇ ਬੜੀ ਪ੍ਰਚਲਿਤ ਗੱਲ ਹੋਈ ਸੀ ਕਿ ਲੋਕਪਾਲ ਲਾਇਆ ਜਾਣਾ ਜ਼ਰੂਰੀ ਹੈ ਕਿ ਜਿਹੜਾ ਰਾਜਨੀਤਿਕ ਲੋਕਾਂ ਦੇ ਖਿਲਾਫ ਕਾਰਵਾਈ ਕਰੇ। ਤੇ ਗਵਰਨਰ ਸਾਹਿਬ ਕਾਹਦੇ ਲਈ ਲਾਏ ਜਾਂਦੇ ਆ? ਗਵਰਨਰ ਜਿਹੜੇ ਲਾਏ ਜਾਂਦੇ ਆ ਉਹ ਵੀ ਪੋਲੀਟੀਸ਼ੀਅਨਸ ਹੁੰਦੇ ਆ। ਪਾਰਟੀਆਂ ਵਿੱਚੋਂ ਜਦੋਂ ਕੁਝ ਸਮਾਂ ਰਹਿਣ ਤੋਂ ਬਾਅਦ ਲੋਕ ਨਹੀਂ ਚੁਣਦੇ ਤਾਂ ਉਹਨੂੰ ਗਵਰਨਰ ਲਾ ਦਿੱਤਾ ਜਾਂਦਾ ਹੈ। ਜਿਹੜਾ ਵੀ ਗਵਰਨਰ ਰਾਜਨੀਤਿਕ ਪਿਛੋਕੜ ਵਾਲਾ ਲਾਇਆ ਜਾਂਦਾ ਹੈ ਤਾਂ ਉਸ ਦਾ ਪਾਰਟੀਆਂ ਨਾਲ ਸੰਬੰਧ ਹੁੰਦਾ ਹੈ। ਉਹ ਨਿਰਪੱਖ ਕੰਮ ਨਹੀਂ ਕਰ ਸਕਦਾ। ਮੇਰੀ ਮੁਰਾਦ ਹੈ ਕਿ ਗਵਰਨਰ ਘੱਟੋ ਘੱਟ ਫੌਜੀ ਅਫਸਰ ਹੋਣ, ਜਿਹੜੇ ਆਪਣੀ ਜਿਨ੍ਹਾਂ ਨੇ ਨੌਕਰੀ ਦੌਰਾਨ ਵੀ ਇਮਾਨਦਾਰੀ ਦਿਖਾਈ ਹੋਵੇ ਉਹ ਹੋਣੇ ਚਾਹੀਦੇ ਆ, ਜਾਂ ਸਰਕਾਰੀ ਅਧਿਕਾਰੀ ਜੋ ਰਿਟਾਇਰਮੈਂਟ ਉਹ ਗਵਰਨਰ ਹੋਣੇ ਚਾਹੀਦੇ ਆ। ਜੇ ਰਾਜਨੀਤਿਕ ਲੋਕਾਂ ਦੇ ਵਿੱਚੋਂ ਹੀ ਗਵਰਨਰ ਲਾਤੇ ਤੇ ਵਿੱਚੋਂ ਹੀ ਉਹੀ ਰਾਜਨੀਤਿਕ ਲੋਕ, ਤਾਂ ਫਿਰ ਉਹ ਤਾਂ ਫਰਕ ਨਾ ਰਿਹਾ। ਇਸ ਕਰਕੇ ਜੇ ਅਸੀਂ ਆਪਣੇ ਭਾਰਤ ਨੂੰ, ਆਪਣੀ ਸਟੇਟ ਨੂੰ ਬਚਾਉਣਾ ਹੈ ਤਾਂ ਗਵਰਨਰ ਤੇ ਰਾਜਨੀਤਿਕ ਲੋਕਾਂ ਦਾ ਆਪਸੀ ਇਕਜੁੱਟਤਾ ਦੇ ਨਹੀਂ ਹੋਣੇ ਚਾਹੀਦੇ। ਸਪਸ਼ਟ ਇਹ ਹੈ ਕਿ ਗਵਰਨਰ ਜਿਹੜਾ ਉਹ ਕੋਈ ਅਧਿਕਾਰੀ ਰਿਟਾਇਰ ਹੋਇਆ ਹੋਵੇ ਕਿਸੇ ਚੰਗੇ ਰੁਤਬੇ ਤੋਂ, ਚੰਗਾ ਪੜ੍ਹਿਆ ਲਿਖਿਆ, ਜਾਂ ਉਹਦੀ ਕੋਈ ਸਪੈਸ਼ਲਿਟੀ ਹੋਵੇ ਕਿ ਉਹਦੇ ਵਿੱਚ ਗੁਣ ਹੈ, ਪਰ ਇਹ ਨਹੀਂ ਹੋਣਾ ਚਾਹੀਦਾ ਕਿ ਜਿਹਨੂੰ ਲੋਕਾਂ ਨੇ ਨਹੀਂ ਚੁਣਿਆ 10-20 ਸਾਲਾਂ ਤੋਂ ਕਿਸੇ ਪਾਰਟੀ ਵਿੱਚ ਕੰਮ ਕਰ ਰਿਹਾ ਤੇ ਉਹਨੂੰ ਗਵਰਨਰ ਲਾ ਦਿਓ। ਦੇਖਣ ਵਿੱਚ ਆਉਂਦਾ ਸੀ ਕਿ ਇੱਥੇ ਪੰਜਾਬ ਦੇ ਵੀ ਜਿਹੜੇ ਨਹੀਂ ਜਿੱਤ ਸਕੇ ਉਹਨਾਂ ਨੂੰ ਅਦਰ ਸਟੇਟ ਦੇ ਵਿੱਚ ਗਵਰਨਰ ਲਾਇਆ ਗਿਆ, ਜਿਹੜੇ ਬਾਹਰੋਂ ਨਹੀਂ ਜਿੱਤ ਸਕੇ ਉਹਨਾਂ ਨੂੰ ਪੰਜਾਬ ਦਾ ਗਵਰਨਰ ਲਾ ਦਿੱਤਾ ਜਾਂਦਾ। ਇਹ ਮੇਰੇ ਇਕੱਲੇ ਦੇ ਵਿਚਾਰਾਂ ਨਾਲ ਗੱਲ ਨਹੀਂ ਬਣਨੀ। ਜੇ ਤੁਸੀਂ ਸਹਿਯੋਗ ਕਰੋਗੇ ਸਾਰੇ ਰਲ ਮਿਲ ਕੇ ਤਾਂ ਫਿਰ ਹੀ ਤਬਦੀਲੀ ਆਉਣੀ ਹੈ। ਇਹ ਬਹੁਤ ਵੱਡਾ ਮੁੱਦਾ ਹੈ ਕਿ ਗਵਰਨਰ ਲਾ ਦੇਣਾ। ਗਵਰਨਰ ਅੱਜ ਕੀ ਕੰਮ ਕਰਦੇ? ਚਿੱਟਾ ਹਾਥੀ ਗਵਰਨਰ ਹੈ, ਉਹਨੇ ਹੀ ਮੰਤਰੀ, ਉਹਨੇ MLA, ਉਹਨੇ MP ਦੇਸ਼ ਨੂੰ ਖਾ ਰਿਹਾ, ਲੁੱਟ ਕੇ ਬਰਬਾਦ ਕਰ ਰਿਹਾ। ਦੇਸ਼ ਵਾਸੀਓ, ਜੇ ਅਸੀਂ ਦੇਸ਼ ਨੂੰ ਬਚਾਉਣਾ ਤਾਂ ਸਾਨੂੰ ਚੰਗੇ ਤੇ ਇਮਾਨਦਾਰ ਲੋਕਾਂ ਨੂੰ ਰਾਜਨੀਤੀ ਵਿੱਚ ਲੈ ਕੇ ਆਉਣਾ ਪਏਗਾ। ਰਾਖੀ ਲੋਕਤੰਤਰ ਦੀ ਕਰਨ ਵਾਲੇ ਚੁਣੇ ਹੋਏ ਲੋਕ ਹੁੰਦੇ ਆ। ਉਹ ਜਦੋਂ ਚੁਣੇ ਹੋਏ ਲੋਕ ਹੀ ਅਫਸਰਸ਼ਾਹੀ ਨਾਲ ਮਿਲ ਕੇ, ਬਿਊਰੋਕਰੇਟਸ ਨਾਲ ਮਿਲ ਕੇ ਰਲ ਕੇ ਲੁੱਟ ਕਰਨਗੇ ਤਾਂ ਲੋਕਾਂ ਦਾ ਕੀ ਬਣੇਗਾ। ਇਸ ਦਲਦਲ ਵਿੱਚੋਂ ਲੋਕ ਇਕੱਠੇ ਹੋ ਕੇ, ਲਾਮਬੰਦ ਹੋ ਕੇ, ਇੱਕ ਆਵਾਜ਼ ਬਣ ਕੇ, ਜੇ ਅੱਜ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂਗਾ ਤਾਂ ਤੁਸੀਂ ਕਹੋਗੇ ਕਿ ਆਪਣੀ ਪਾਰਟੀ ਦੀ ਗੱਲ ਕਰਦਾ ਹੈ। ਨਹੀਂ, ਮੈਂ ਸਰਵ ਪਾਰਟੀਆਂ ਦੀ ਗੱਲ ਕਰਦਾ ਕਿ ਚੰਗੇ ਲੋਕਾਂ ਨੂੰ ਚੁਣੋ, ਭ੍ਰਿਸ਼ਟ ਨਾ ਹੋਣ, ਉਹਨਾਂ ਦਾ ਪਿਛੋਕੜ ਰਾਜਨੀਤਿਕ ਨਾ ਹੋਵੇ, ਨਵੇਂ ਨਰੋਏ ਚਿਹਰੇ ਆਉਣ। ਜਦੋਂ ਵੀ ਕੋਈ ਨਵਾਂ ਚਿਹਰਾ ਆਵੇਗਾ ਉਹ ਇਸ ਦਲਦਲ, ਇਸ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇਗਾ, ਉਸਦੀ ਸੋਚ ਵੀ ਚੰਗੀ ਹੋਵੇਗੀ, ਉਹਦੇ ਵਿਚਾਰ ਵੀ ਚੰਗੇ ਹੋਣਗੇ, ਕੰਮ ਵੀ ਠੀਕ ਕਰੇਗਾ। ਲੋਕਤੰਤਰ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪੈਣਾ, ਕਿਉਂਕਿ ਲੋਕਤੰਤਰ ਤਾਂ ਹੀ ਸਾਬਤ ਹੋ ਸਕਦਾ ਹੈ ਜੇ ਅਫਸਰਸ਼ਾਹੀ ਤੇ ਲਗਾਮ ਕੱਸਣ ਵਾਲੇ ਸਾਡੇ ਰਾਜਨੇਤਾ ਚੰਗੇ ਹੋਣਗੇ। ਤੇ ਜੇ ਸਾਡੇ ਰਾਜਨੇਤਾ ਹੀ ਅਫਸਰਸ਼ਾਹੀ ਨੂੰ ਦਬਾ ਲੈਣਗੇ, ਬਦਲੀਆਂ ਦੇ ਦਲ ਵਿੱਚ ਫਸਾ ਕੇ ਤੇਰੀ ਬਦਲੀ ਕਰ ਦੇਣੀ, ਉੱਧਰ ਭੇਜ ਦੇਣਾ, ਉੱਧਰ ਭੇਜ ਦੇਣਾ। ਅੱਜ ਤੱਕ ਪੰਜਾਬ ਦਾ ਇਤਿਹਾਸ ਹੈ ਕਿ ਜਿੰਨੇ ਵੀ ਸਕੱਤਰ ਜਾਂ ਚੀਫ ਸਕੱਤਰ ਲਾਏ ਗਏ ਮੁੱਖ ਮੰਤਰੀ ਦੇ, ਉਹ ਸਾਰੇ ਕਮਾਊ ਪੁੱਤ ਸੀ, ਜਾਂ ਮੰਤਰੀਆਂ ਨੇ ਆਪਣੇ ਜਿਸ ਵਿਭਾਗ ਦਾ ਕੋਈ ਮੰਤਰੀ ਲੱਗਦਾ ਉਸ ਦੇ ਵਿੱਚ ਜਿਹੜਾ ਕੋਈ ਸੈਕਟਰੀ ਹੁੰਦਾ, ਸਕੱਤਰ ਹੁੰਦਾ, IAS ਅਫਸਰ, ਉਹ ਉਸ ਦੀ ਮਰਜ਼ੀ ਤੋਂ ਬਿਨਾਂ ਉੱਥੇ ਨਹੀਂ ਰਹਿ ਸਕਦਾ। ਫਿਰ ਜਿਹੜੇ ਅੱਗੇ ਡਾਇਰੈਕਟਰ ਲਾਏ ਜਾਂਦੇ ਆ ਉਹ ਵੀ ਰਾਜਨੇਤਾ। ਬਦਲੀਆਂ ਤੱਕ ਦੇ ਮੈਂ ਇੱਕ ਸਿੱਖਿਆ ਮੰਤਰੀ ਹੈ ਜਿਹਦੀਆਂ ਸੰਭਾਵਨਾ ਆਪਾਂ ਸਾਡੇ ਸੁਣ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਵਿੱਚ ਜਾ ਰਿਹਾ, ਉਹ ਬਦਲੀਆਂ ਦੇ ਪੈਸੇ ਵੀ ਲੈਂਦਾ ਰਿਹਾ। ਆਉਣ ਵਾਲਾ ਸਮਾਂ ਜਦੋਂ ਦੁਬਾਰਾ ਫਿਰ ਲਾਈਵ ਹੋਵਾਂਗੇ ਤਾਂ ਨਾਂ ਵੀ ਉਜਾਗਰ ਕਰ ਦਿਆਂਗੇ, ਕਿਉਂਕਿ ਇਹ ਗੱਲ ਤੱਥਾਂ ਦੇ ਆਧਾਰ ਤੇ ਕੀਤੀ ਜਾ ਰਹੀ ਹੈ। ਜਿਹੜੇ ਬੱਚਿਆਂ ਨੇ ਪੈਸੇ ਦੇ ਕੇ ਬਦਲੀਆਂ ਕਰਾਈਆਂ ਸਨ, ਉਹਨਾਂ ਤੋਂ ਅਸੀਂ ਕੀ ਆਸ ਕਰ ਸਕਦੇ ਹਾਂ? ਜਿਹੜੇ ਸਾਡੇ ਬੱਚਿਆਂ ਦਾ ਭਵਿੱਖ ਹੁੰਦੇ ਅਧਿਆਪਕ, ਉਹਨਾਂ ਨੂੰ ਬਦਲੀਆਂ ਪੈਸੇ ਦੇ ਕੇ ਕਰਾਉਣੀਆਂ ਪੈਂਦੀਆਂ। ਅੱਜ ਕੋਈ ਵੀ ਕਰਮਚਾਰੀ ਕਿਸੇ ਆਪਣੇ ਦਫ਼ਤਰ ਵਿੱਚ ਵੀ ਜਾਂਦਾ ਤਾਂ ਪੈਸੇ ਤੋਂ ਬਿਨਾਂ ਉਹਦਾ ਕੰਮ ਨਹੀਂ ਹੁੰਦਾ। ਇਸ ਕਰਕੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਤੇ ਮੇਰੀ ਮੁਰਾਦ ਇਹੀ ਹੈ ਵੀ ਸਾਰੇ ਇਕੱਠੇ ਹੋ ਕੇ ਆਪਾਂ ਇਸ ਵਾਰੀ ਆਮ ਆਦਮੀ ਪਾਰਟੀ ਦਾ ਸਹਿਯੋਗ ਦਈਏ ਤੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਈਏ। ਬਸ ਇੱਥੇ ਹੀ ਵਿਰਾਮ ਲੈਂਦੇ ਹਾਂ। ਜੇ ਕੋਈ ਗੱਲਬਾਤ ਕਮੈਂਟ ਰਾਹੀਂ ਜ਼ਰੂਰ ਦੱਸਿਓ ਤਾਂ ਕਿ ਅਗਲੀ ਲਾਈਵ ਦੇ ਵਿੱਚ ਆਪਾਂ ਉਸ ਗੱਲ ਨੂੰ ਡਿਸਕਸ ਕਰ ਸਕੀਏ। ਜੈ ਜਵਾਨ, ਜੈ ਕਿਸਾਨ। ਪਰਮਾਰ ਸਾਹਿਬ ਜੀ ਆ ਰਹੇ ਨੇ। ਅੱਜ ਪੰਜਾਬ ਦੇ ਵਿੱਚ ਕੰਮ ਘੱਟ ਤੇ ਐਡ ਬਹੁਤ ਜ਼ਿਆਦਾ। ਆਹ ਦੇਖ ਲਓ, ਜੇ ਅਸੀਂ ਕੋਈ ਕੰਮ ਕਰਨਾ ਲੋਕ ਹਿੱਤ ਵਿੱਚ
ਤਾਂ ਆਰਡਰ ਪਾ ਦਿਓ, ਲੋਕ ਸੇਵਕ ਅੱਗੇ ਲਾਗੂ ਕਰ ਦੇਣਗੇ। ਇਸ਼ਤਿਹਾਰਾਂ ਦੇ ਸਾਰੀਆਂ ਸਟੇਟ ਹਕੀਕਤ ਵਿੱਚ ਲੋਕ ਸੇਵਕ ਬਣੋ। ਡਰਾਂ ਦੇ ਵੱਡੇ ਵੱਡੇ ਪੰਨੇ ਭਰੇ ਹੋਏ ਆ ਜਿਨ੍ਹਾਂ ਦੇ ਵਿੱਚ ਇਹੀ ਹੈ ਕਿ ਉਹ ਕੀਤਾ ਜਾ ਰਿਹਾ, ਆਹ ਕੀਤਾ ਜਾ ਰਿਹਾ, ਕੀਤਾ ਕੁਝ ਵੀ ਨਹੀਂ ਜਾ ਰਿਹਾ, ਸਿਰਫ ਸ਼ੋਸ਼ੇ ਹੈ। ਅਰਬਾਂ ਰੁਪਈਏ ਐਡਵਰਟਾਈਜ਼ਮੈਂਟ ਤੇ ਬਰਬਾਦ ਕੀਤੇ ਜਾ ਰਹੇ ਆ। ਪਹਿਲੀ ਗੱਲ ਤਾਂ ਚੋਣਾਂ ਦੇ ਸਮਾਂ ਨੇੜੇ ਆ ਗਿਆ, ਸਾਡੇ ਭਾਰਤੀ ਚੋਣ ਕਮਿਸ਼ਨ ਨੂੰ ਬੈਨ ਲਾਉਣਾ ਚਾਹੀਦਾ ਕਿ ਜਿਹੜੀਆਂ ਅਖਬਾਰਾਂ ਦੇ ਵਿੱਚ ਫੁੱਲ ਪੇਜ ਦੀਆਂ ਖਬਰਾਂ ਲੱਗ ਰਹੀਆਂ ਇਹ ਬੰਦ ਕੀਤੀਆਂ ਜਾਣ, ਕਿਉਂਕਿ ਇਹਦੇ ਨਾਲ ਲੋਕਾਂ ਦੇ ਧਨ ਦੀ ਲੁੱਟ ਹੋ ਰਹੀ ਹੈ। ਮਸ਼ਹੂਰੀ ਇਹ ਆਪਣੀ ਕਰ ਰਿਹਾ, ਪੈਸਾ ਲੋਕਾਂ ਦਾ ਬਰਬਾਦ ਹੋ ਰਿਹਾ। ਇਸ ਕਰਕੇ ਜਲਦੀ ਤੋਂ ਜਲਦੀ ਇਹ ਜਿਹੜੀਆਂ ਅਖਬਾਰੀ ਖਬਰਾਂ ਨੇ, ਇਹਨਾਂ ਦੀਆਂ ਵੱਡੇ ਵੱਡੇ ਪੇਜ, ਇਹ ਜਾਂ ਤੇ ਆਪਣੇ ਜੇਬ ਵਿੱਚੋਂ ਪੈਸੇ ਖਰਚ ਕਰਨ, ਫਿਰ ਇਹਨਾਂ ਨੂੰ ਅਲਾਉਡ ਕੀਤਾ ਜਾ ਸਕੇ, ਸਰਕਾਰੀ ਖਜ਼ਾਨੇ ਵਿੱਚੋਂ ਪੇਮੈਂਟ ਨਾ ਕੀਤੀ ਜਾਵੇ। ਪਰਮਾਰ ਸਾਹਿਬ ਨੂੰ ਬੇਨਤੀ ਕੀਤੀ ਸੀ, ਜੁੜ ਗਏ ਕਿ ਨਹੀਂ? ਨਹੀਂ ਜੁੜੇ ਤਾਂ ਠੀਕ ਹੈ ਜੀ, ਸਮਾਪਤੀ ਲੈਂਦੇ ਹਾਂ। ਪਰਮਾਰ ਸਾਹਿਬ ਕੈਨੇਡਾ ਤੋਂ ਜੋੜਨ ਦੀ ਕੋਸ਼ਿਸ਼ ਕੀਤੀ ਸੀ, ਕਿਸੇ ਤਕਨੀਕੀ ਕਾਰਨ ਕਰਕੇ ਸਾਡਾ ਤਾਲਮੇਲ ਨਹੀਂ ਹੋ ਸਕਿਆ। ਬਹੁਤ ਵਧੀਆ, ਤੇ NRI ਸਾਹਿਬ ਉਹ ਬੈਠੇ ਦੂਰ ਬੈਠੇ ਵੀ ਆਮ ਆਦਮੀ ਪਾਰਟੀ ਦੀ ਤਹਿ ਦਿਲੋਂ ਸੇਵਾ ਨਿਭਾ ਰਹੇ ਆ ਤੇ ਬਹੁਤ ਚੰਗੀਆਂ ਗੱਲਾਂ ਬਾਤਾਂ ਕਰਦੇ ਆ, ਸੱਚ ਨੂੰ ਸੱਚ ਕਹਿੰਦੇ, ਝੂਠ ਨੂੰ ਝੂਠ ਕਹਿੰਦੇ ਆ, ਸੱਚ ਬੋਲਣ ਦੀ ਹਿੰਮਤ ਰੱਖਦੇ ਆ। ਮੈਂ ਉਹਨਾਂ ਨੂੰ, ਉਹ ਵੀ ਵਧਾਈ ਦੇ ਪਾਤਰ ਹੈ, ਕਿਉਂਕਿ ਉਹ ਵੀ ਹਮੇਸ਼ਾ ਸੱਚ ਹੀ ਬੋਲਦੇ ਆ। ਜੈ ਜਵਾਨ ਜੈ ਕਿਸਾਨ।